ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ ਤੇ ਇੱਕ ਗੱਲ ਮੈਂ ਆਖ ਦਿਆਂ, ਸਿੱਖ ਫਲਸਫੇ ਦੇ ਵਿੱਚ ਜਿੰਨੀ ਸਿਮਰਨ ਦੀ ਮਹੱਤਤਾ ਹੈ, ਜਿੰਨੀ ਸੇਵਾ ਦੀ ਮਹੱਤਤਾ ਹੈ, ਜਿੰਨੀ ਹੱਥੀਂ ਕਿਰਤ ਕਰਨ ਦੀ ਮਹੱਤਤਾ ਹੈ, ਉਤਨੀ ਹੀ ਮਹੱਤਤਾ ਅਰਦਾਸ ਦੀ ਹੈ। ਸਿੱਖ ਦਾ ਨਿਸ਼ਚਾ ਹੈ ਕਿ ਜਦੋਂ ਸੱਚੇ ਦਿਲੋਂ ਅਰਦਾਸ ਕਰੇਗਾ ਤਾਂ ਸਤਿਗੁਰ ਨੇ ਉਸ ਦਾ ਹਰ ਕਾਰਜ ਗੁਰਮਤਿ ਅਨੁਸਾਰ ਰਾਸ ਕਰ ਦੇਣਾ। ਗੁਰਬਾਣੀ ਨੇ ਦਾਅਵਾ ਕੀਤਾ ਹੈ, ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰੂ, ਕਿ ਜਿੱਥੇ ਤੇਰੀ ਪੇਸ਼ ਨਹੀਂ ਚੱਲਦੀ, ਜਿੱਥੇ ਤੇਰਾ ਜ਼ੋਰ ਨਹੀਂ ਚੱਲਦਾ, ਜਿੱਥੇ ਤੈਨੂੰ ਬੇਵੱਸੀ ਆ ਗਈ ਆ, ਸਤਿਗੁਰੂ ਉੱਥੇ ਵੀ ਤੇਰੇ ਨਾਲ ਖੜਾ ਹੈ। ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰੂ। ਪਰ ਜਦੋਂ ਸਤਿਗੁਰ ਤੁਹਾਡੇ ਸਿਰ ਦੇ ਉੱਤੇ ਆ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ, ਜਦੋਂ ਗੁਰੂ ਦਾ ਹੱਥ ਸਿਰ ਦੇ ਉੱਤੇ ਹੈ ਤੇ ਕਾਰਜਾਂ ਨੇ ਪੂਰੇ ਹੋਣਾ ਹੀ ਹੋਣਾ। ਸਿੱਖ ਦਾ ਨਿਸ਼ਚਾ ਅਰਦਾਸ ਦੇ ਉੱਤੇ ਸਿੱਖ ਫਲਸਫੇ ਨੇ ਪੂਰਾ ਯਕੀਨ ਕਰਨਾ ਸਿਖਾਇਆ ਸਿੱਖ ਨੂੰ। ਔਰ ਸਾਡੇ ਇਤਿਹਾਸ ਦੇ ਵਿੱਚ ਬੜੀਆਂ ਸਾਖੀਆਂ ਨੇ, ਮੈਂ ਸਾਖੀਆਂ ਉਹ ਇਤਿਹਾਸ ਵਾਲੀਆਂ ਸੁਣਾਉਣੀਆਂ ਨਹੀਂ, ਪਰ ਮੈਂ ਇਸ਼ਾਰਾ ਕਰ ਜਾਣਾ ਹੈ। ਆਪਾਂ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਗੱਲ ਕਰ ਲਈਏ ਤੇ ਦੋ ਘੱਟੋ ਘੱਟ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀਆਂ ਬੇਸ਼ੱਕ ਬਹੁਤ ਘਟਨਾਵਾਂ ਨੇ, ਪਰ ਦੋ ਘਟਨਾਵਾਂ ਉਚੇਚੇ ਤੌਰ ਤੇ ਆਖੀਆਂ ਜਾਂਦੀਆਂ ਨੇ। ਇੱਕ, ਅਟਕ ਦਰਿਆ ਨੇ ਜਦੋਂ ਅਟਕਾ ਲਿਆ, ਅਟਕ ਦਰਿਆ ਨੇ ਜਦੋਂ ਰੋਕ ਲਿਆ ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕੀਤੀ ਕਿ ਅਟਕ ਉਹਨੂੰ ਵੀ ਅਟਕਾ ਸਕਦਾ ਹੈ ਜਿਹਦੇ ਮਨ ਦੇ ਅੰਦਰ ਅਟਕ ਹੋਵੇ। ਮੇਰੇ ਗੁਰੂ ਨੇ ਮੈਨੂੰ ਅਟਕਣਾ ਨਹੀਂ ਸਿਖਾਇਆ। ਅਰਦਾਸ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਸਣੇ ਘੋੜੇ ਠੇਲ ਕੇ ਅਟਕ ਦਰਿਆ ਪਾਰ ਕਰ ਗਿਆ ਤੇ ਨਾਲ ਹੀ ਉਹਦੇ ਫੌਜਾਂ ਨੇ ਪਾਰ ਕਰ ਲਿਆ। ਮੂਹਰੇ ਜੰਗ ਚੱਲ ਰਹੀ ਸੀ, ਫੌਜਾਂ ਘਿਰੀਆਂ ਹੋਈਆਂ ਸਨ, ਪਠਾਨਾਂ ਨਾਲ ਜੰਗ ਸੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇੱਕ ਅਰਦਾਸ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਦੀ ਦੂਜੀ, ਅਕਾਲੀ ਫੂਲਾ ਸਿੰਘ ਦਾ ਜ਼ਿਕਰ ਆਉਂਦਾ ਉਦੋਂ ਕਿ ਪਠਾਨਾਂ ਨਾਲ ਲੜਾਈ ਹੈ, ਮੁਲਤਾਨ ਦਾ ਕਿਲਾ ਬਹੁਤ ਪੱਕਾ ਹੈ, ਅੰਦਰ ਅੜ ਕੇ ਬੈਠ ਗਏ ਨੇ, ਉਹ ਕਿਲਾ ਸਰ ਨਹੀਂ ਹੋ ਸਕਦਾ, ਇੱਦਾਂ ਵੱਡੀ ਤੋਪ ਪਿੱਛੇ ਰਹਿ ਗਈ ਹੈ, ਉਹਨੂੰ ਲੈ ਕੇ ਆਉਂਦੇ ਅਜੇ ਟਾਈਮ ਲੱਗਣਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਅਕਾਲੀ ਫੂਲਾ ਸਿੰਘ ਨੂੰ ਕਿ ਆਪਾਂ ਇੱਦਾਂ ਕਰੀਏ, ਥੋੜਾ ਚਿਰ ਉਡੀਕ ਲਈਏ। ਪਰ ਅਕਾਲੀ ਫੂਲਾ ਸਿੰਘ ਕਹਿੰਦੇ ਅਰਦਾਸ ਕਰਕੇ ਤੁਰੇ ਆ, ਰੁਕਣ ਲਈ ਤਾਂ ਤੁਰੇ ਨਹੀਂ। ਅਰਦਾਸ ਕਰਕੇ ਗੱਲ ਸ਼ੁਰੂ ਕੀਤੀ ਸੀ, ਹਮਲਾ ਕਰਨ ਲੱਗੇ ਆ, ਸਤਿਗੁਰ ਤੋਂ ਆਗਿਆ ਲੈ ਲਈ, ਸਤਿਗੁਰ ਨੇ ਆਗਿਆ ਦੇ ਦਿੱਤੀ ਤੇ ਹੁਣ ਰੁਕਣ ਦਾ ਕੀ ਕੰਮ। ਤੇ ਅਕਾਲੀ ਫੂਲਾ ਸਿੰਘ ਨੇ ਜਿਹੜੀ ਗੱਲ ਉਦੋਂ ਕਹੀ ਉਹ ਸਾਡੇ ਇਤਿਹਾਸ ਨੇ ਸਾਂਭੀ ਹੋਈ ਹੈ। ਕਹਿੰਦੇ ਤੋਪ ਨਹੀਂ ਤਾਂ ਅਰਦਾਸ ਹੈ, ਗੁਰੂ ਦੀ ਬਖਸ਼ੀ ਪਾਸ ਹੈ। ਸੋ ਅਕਾਲੀ ਫੂਲਾ ਸਿੰਘ ਨੇ ਗੁਰੂ ਦਾ ਨਾਮ ਲੈ ਕੇ ਅਰਦਾਸ ਕਰਕੇ ਹਮਲਾ ਕਰ ਦਿੱਤਾ, ਜਿੱਤ ਪ੍ਰਾਪਤ ਕੀਤੀ। ਸੋ ਦੋ ਸਮਿਆਂ ਦੀ ਗੱਲ, ਵੈਸੇ ਬਹੁਤ ਸਮੇਂ ਮੈਂ ਦੋ ਗੱਲਾਂ ਤਾਂ ਸਾਂਝੀਆਂ ਕੀਤੀਆਂ ਕਿ ਸਾਡੇ ਜਿਹੜੇ ਬਜ਼ੁਰਗ ਸਨ, ਜਿਨ੍ਹਾਂ ਨੇ ਵੱਡੀਆਂ ਮਾਰਾਂ ਮਾਰੀਆਂ, ਜਿਨ੍ਹਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਉਹਨਾਂ ਦਾ ਅਰਦਾਸ ਦੇ ਉੱਤੇ ਨਿਸ਼ਚਾ ਅਥਾਹ ਸੀ। ਜੰਗਾਂ ਯੁੱਧਾਂ ਦੇ ਵੇਲੇ ਵੀ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਸੀ, ਬੇਸ਼ੱਕ ਅਕਾਲੀ ਫੂਲਾ ਸਿੰਘ ਸੀ, ਬੇਸ਼ੱਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸੀ, ਤੇ ਬੇਸ਼ੱਕ ਜੱਸਾ ਸਿੰਘ ਰਾਮਗੜੀਆ ਸੀ, ਤੇ ਬੇਸ਼ੱਕ ਚੜ੍ਹ ਸਿੰਘ ਸ਼ੁਕਰ ਚੱਕੀਆ ਸੀ, ਤੇ ਬੇਸ਼ੱਕ ਭੰਗੀ ਸਰਦਾਰ ਸਨ, ਸਾਰਿਆਂ ਦਾ ਅਰਦਾਸ ਦੇ ਉੱਤੇ ਨਿਸ਼ਚਾ ਪੂਰਾ ਸੀ, ਅਥਾਹ ਨਿਸ਼ਚਾ। ਔਰ ਇਹੋ ਜਿਹਾ ਨਿਸ਼ਚੇ ਦੀ ਗੱਲ ਗਿਆਨੀ ਹਰਬੰਸ ਸਿੰਘ ਤੇਗ ਚੰਡੀਗੜ੍ਹ ਵਾਲਿਆਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਕੀਤੀ ਹੈ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਗਿਆਨੀ ਹਰਬੰਸ ਸਿੰਘ ਤੇਗ ਜੀ ਸਿੱਖ ਸ਼ਰਧਾ ਵਾਲੇ ਲਿਖਾਰੀ ਰਹੇ ਨੇ, ਸਿੱਖ ਫਲਸਫੇ ਵਾਲੇ ਲਿਖਾਰੀ ਰਹੇ ਨੇ। ਆਪ ਸਿਮਰਨ ਕਰਨ ਵਾਲੇ ਸਨ ਤੇ ਸਿਮਰਨ ਦੀ ਮਹਿਮਾ ਵਾਲੀ ਕਿਤਾਬ ਵੀ ਲਿਖੀ। ਆਪ ਅਰਦਾਸ ਤੇ ਭਰੋਸਾ ਕਰਨ ਵਾਲੇ ਸਨ
ਬਾਣੀ ਪੜ੍ਹਨ ਵਾਲੇ ਸਨ ਤੇ ਅਰਦਾਸ ਤੇ ਭਰੋਸਾ ਦ੍ਰਿੜ ਕਰਾਉਣ ਵਾਲੀ ਕਿਤਾਬ ਵੀ ਲਿਖੀ। ਕਿਤਾਬ ਦਾ ਨਾਂ ਹੈ ਅਰਦਾਸ, ਪਰੰਪਰਾ ਅਤੇ ਸ਼ਕਤੀ। ਇਸੇ ਕਿਤਾਬ ਦਾ ਇੱਕ ਚੈਪਟਰ ਮੈਂ ਬੜੇ ਸੰਖੇਪ ਜਿਹਾ ਆਪ ਸਭ ਨਾਲ ਸਾਂਝੇ ਕਰਦਾ ਹਾਂ। ਕਿਤਾਬ ਹੈ, ਜ਼ਰੂਰ ਪੜ੍ਹਿਓ। ਔਰ ਇਹ ਪ੍ਰੋਗਰਾਮ ਮਕਸਦ ਵੀ ਇਹ ਹੈ ਕਿ ਸਿੱਖ ਸਾਇਕੀ ਵਾਲੀਆਂ ਕਿਤਾਬਾਂ ਪੜ੍ਹਨ ਤੁਹਾਨੂੰ ਲਾਇਆ ਜਾਵੇ, ਸਿੱਖ ਸੰਵੇਦਨਾ ਵਾਲੀਆਂ ਕਿਤਾਬਾਂ ਪੜ੍ਹਨ ਲਾਇਆ ਜਾਵੇ, ਸਿੱਖ ਫਲਸਫੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਪੜ੍ਹਨ ਲਾਇਆ ਜਾਵੇ, ਸਿੱਖ ਭਰੋਸੇ ਨੂੰ ਕਾਇਮ ਰੱਖਣ ਵਾਲੀਆਂ ਕਿਤਾਬਾਂ ਪੜ੍ਹਨ ਲਈ ਲਾਇਆ ਜਾਵੇ। ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਕਿਤਾਬ ਹੈ ਅਰਦਾਸ, ਪਰੰਪਰਾ ਅਤੇ ਸ਼ਕਤੀ। ਔਰ ਉਹਦਾ ਇੱਕ ਚੈਪਟਰ ਤੁਹਾਡੇ ਸਾਹਮਣੇ ਹੈ। ਔਰ ਉਹਦੀ ਚੈਪਟਰ ਦੇ ਵਿੱਚ ਗੱਲ ਕਰਦੇ ਨੇ ਫਸਟ ਵਰਲਡ ਵਾਰ ਦੀ। ਔਰ ਜਿਹੜੀ ਪਹਿਲੀ ਵਰਲਡ ਵਾਰ ਸੀ, ਜਿਹੜਾ ਪਹਿਲਾ ਸੰਸਾਰ ਜੰਗ ਸੀ, ਉਹ ਹੋਇਆ ਸੀ 1914 ਤੋਂ ਲੈ ਕੇ 1918 ਤੱਕ। ਔਰ ਉਸ ਵੇਲੇ ਜਰਮਨ ਦਾ ਬਾਦਸ਼ਾਹ ਸੀ ਕੈਸਰ ਵਿਲੀਅਮ ਜਾਂ ਵਿਲੀਅਮ ਕੈਸਰ, ਦੋਵਾਂ ਨਾਮਾਂ ਨਾਲ ਅੱਗੇ ਪਿੱਛੇ ਕਹਿ ਲੈਂਦੇ। ਕੈਸਰ ਵਿਲੀਅਮ ਦੂਜਾ ਵੀ ਕਹਿ ਦਿੰਦੇ ਨੇ ਉਹਨੂੰ। ਜਰਮਨ ਦਾ ਬਾਦਸ਼ਾਹ ਸੀ 1914 ਤੋਂ 18 ਵੇਲੇ ਜਿਹਨੇ ਫਸਟ ਵਰਲਡ ਵਾਰ ਦੀ ਜੰਗ ਲੜੀ। ਜਦੋਂ ਦੂਜੀ ਜੰਗ ਹੋਈ ਸੀ ਨਾ, ਦੂਜੀ ਵਰਲਡ ਵਾਰ ਹੋਈ ਸੀ, ਉਹ ਹੋਈ ਸੀ 1939 ਤੋਂ ਲੈ ਕੇ 1945 ਤੱਕ, 6 ਸਾਲ। ਉਦੋਂ ਹਿਟਲਰ ਸੀ। ਪਰ ਮੈਂ ਪਹਿਲੀ ਵਰਲਡ ਵਾਰ ਦੀ ਗੱਲ ਕਰ ਰਿਹਾ, ਜਿਹੜੀ ਗੱਲ ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਨੇ ਆਪਣੀ ਕਿਤਾਬ ਅਰਦਾਸ, ਪਰੰਪਰਾ ਅਤੇ ਸ਼ਕਤੀ ਦੇ ਵਿੱਚ ਕੀਤੀ ਆ। ਬਾਦਸ਼ਾਹ ਸੀ ਕੈਸਰ ਵਿਲੀਅਮ। ਔਰ ਉਹਨੇ ਗਾਂਹ ਵੱਧ ਕੇ ਦਬਾ-ਦਬ ਜਦੋਂ ਜੰਗ ਸ਼ੁਰੂ ਹੋਈ, ਉਹਨੇ ਯੂਰਪ ਦੇ ਨਿੱਕੇ ਨਿੱਕੇ ਦੇਸ਼ ਦੱਬਦਿਆਂ ਆ ਕੇ ਫਰਾਂਸ ਨੂੰ ਵੀ ਨੱਪ ਲਿਆ। ਹੁਣ ਯੂਰਪ ਦੇ ਦੇਸ਼ ਜਰਮਨ ਦੇ ਖਿਲਾਫ ਸਾਰੇ ਇਕੱਠੇ ਸਨ। ਪਹਿਲੀ ਵਰਲਡ ਵਾਰ ਦੇ ਤਾਂ ਇਟਲੀ ਵੀ ਇਹਨਾਂ ਦੇ ਨਾਲ ਸੀ। ਪਰ ਉਹ ਨੱਪਦਾ ਜਦੋਂ ਫਰਾਂਸ ਦੀਆਂ ਪਹਾੜੀਆਂ ਤੱਕ ਵੀ ਪਹੁੰਚ ਗਿਆ, ਪਹਾੜੀਆਂ ਤੇ ਕਬਜ਼ਾ ਕਰ ਲਿਆ, ਤੇ ਬਾਅਦ 'ਚ ਜਦੋਂ ਇਹਨਾਂ ਫੌਜਾਂ ਦੀ ਚੜ੍ਹਤ ਹੋਈ, ਜਦੋਂ ਇੰਗਲਿਸ਼ ਫੌਜਾਂ ਵਿੱਚ ਸ਼ਾਮਲ ਹੋਈਆਂ, ਤੇ ਇੰਗਲੈਂਡ ਦਾ ਉਦੋਂ ਰਾਜ ਤਕਰੀਬਨ ਐਡੀ ਦੁਨੀਆ ਦੇ ਐਡੇ ਇਲਾਕਿਆਂ 'ਤੇ ਸੀ। ਆਖਿਆ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ 'ਚ ਸੂਰਜ ਨਹੀਂ ਛਿਪਦਾ। ਪੂਰਾ ਭਾਰਤ, ਯਾਨੀ ਪੂਰਾ ਭਾਰਤੀ ਉਪ ਮਹਾਦੀਪ ਕਹਿਣਾ ਚਾਹੀਦਾ ਅੱਜ ਦੇ ਸਮੇਂ ਦੇ, ਯਾਨੀ ਕਿ ਅੱਜ ਦਾ ਹਿੰਦੁਸਤਾਨ, ਅੱਜ ਦਾ ਪਾਕਿਸਤਾਨ, ਅੱਜ ਦਾ ਲੰਕਾ, ਬ੍ਰਹਮਾ, ਤਿੱਬਤ, ਇਹ ਸਾਰੇ ਦੇਸ਼, ਅਫਗਾਨਿਸਤਾਨ ਤੱਕ ਇਹ ਅੰਗਰੇਜ਼ਾਂ ਦੇ ਕਬਜ਼ੇ 'ਚ ਸਨ। ਤੇ ਇਹਨਾਂ ਨੇ ਜਿੱਥੇ ਇਹਨਾਂ ਦਾ ਕਬਜ਼ਾ ਸੀਗਾ, ਅਫਰੀਕਨ ਦੇਸ਼ ਨੇ ਕਬਜ਼ੇ, ਉੱਥੋਂ ਵੀ ਆਪਣੀਆਂ ਫੌਜਾਂ ਭਰਤੀ ਕੀਤੀਆਂ ਹੋਈਆਂ ਸਨ। ਸੋ ਜਿਹੜੀ ਭਾਰਤੀ ਫੌਜ ਸੀਗੀ, ਜਿਨ੍ਹਾਂ ਦੇ ਵਿੱਚ ਜ਼ਿਆਦਾ ਕਰਕੇ ਜਾਂ ਸਿੱਖ ਸਨ ਜਾਂ ਗੋਰਖੇ ਸਨ ਜਾਂ ਕੁਛ ਮੁਸਲਿਮ ਫੌਜਾਂ ਸਨ, ਇਹ ਜਿਹੜੇ ਸਨ ਬਹਾਦਰੀ ਦੇ ਤੌਰ 'ਤੇ ਗਿਣੇ ਜਾਂਦੇ ਸਨ। ਇਹਨਾਂ ਦੇ ਵੱਖ-ਵੱਖ ਜਿਹੜੀਆਂ ਰੈਜੀਮੈਂਟਾਂ ਬਣਾਏ, ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਪਠਾਨ ਰੈਜੀਮੈਂਟ, ਇੱਦਾਂ ਰੈਜੀਮੈਂਟਾਂ ਬਣਾਈਆਂ ਹੋਈਆਂ ਸਨ ਤੇ ਬਹਾਦਰੀ ਤੌਰ 'ਤੇ ਗਿਣੇ ਵੀ ਜਾਂਦੇ ਸਨ। ਜਿੱਥੇ ਫਿਰ ਔਖਾ ਸਮਾਂ ਹੁੰਦਾ ਸੀਗਾ, ਜਿੱਥੇ ਇਹਨਾਂ ਨੇ ਆਪਣੀਆਂ ਫੌਜਾਂ ਨਹੀਂ ਮਰਵਾਉਣੀਆਂ ਹੁੰਦੀਆਂ ਸਨ, ਜਿੱਥੇ ਜ਼ਿਆਦਾ ਮਰਨ ਦਾ ਕੰਮ ਹੁੰਦਾ ਸੀ, ਜਿਹੜੇ ਔਖੇ ਮੋਰਚੇ ਹੁੰਦੇ, ਉੱਥੇ ਇਹਨਾਂ ਫੌਜਾਂ ਨੂੰ ਭੇਜ ਦਿੰਦੇ ਸਨ। ਨਾ ਵੀ ਨਹੀਂ ਕੀਤੀ ਜਾ ਸਕਦੀ, ਫੌਜ 'ਚੋਂ ਤੁਸੀਂ ਸਿਪਾਹੀ ਹੋ, ਤੁਸੀਂ, ਤੁਹਾਡੇ ਨਾਲ ਇੱਕ ਗੋਰਾ ਜਿਹੜਾ ਆ ਉਹ ਜਰਨੈਲ ਜਾਏਗਾ, ਪਰ ਫੌਜਾਂ ਤੁਹਾਡੀਆਂ ਲੜਨੀਆਂ, ਮੋਹਰੇ ਹੋ ਕੇ ਲੜਨਗੀਆਂ, ਤੁਹਾਨੂੰ ਜਰਨੈਲ ਦੱਸੇਗਾ ਹੀ, ਮਰੋਗੇ ਤੁਸੀਂ। ਔਰ ਇੱਦਾਂ ਪਹਿਲੀ ਵਰਲਡ ਵਾਰ 'ਚ ਵੀ ਤੇ ਦੂਜੀ ਵਰਲਡ ਵਾਰ ਦੇ ਵਿੱਚ ਹੀ ਸਾਡੇ ਹਜ਼ਾਰਾਂ ਨਹੀਂ ਲੱਖਾਂ ਫੌਜੀਆਂ ਨੇ ਕੁਰਬਾਨੀਆਂ ਕੀਤੀਆਂ ਸਾਡੀਆਂ ਭਾਰਤ ਤੋਂ ਆਈਆਂ ਹੋਈਆਂ ਫੌਜਾਂ ਨੇ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖ ਸਨ। ਔਰ ਸਿੱਖਾਂ ਦੀ ਬਹਾਦਰੀ ਦੀ ਤਾਂਕ ਪਹਿਲੀ ਵਰਲਡ ਵਾਰ ਜਿਹੜੀ ਸੀ, ਉਦੋਂ ਜੰਮੀ ਸੀ ਦੁਨੀਆ ਦੇ ਵਿੱਚ ਬਹਾਦਰੀ ਦੀ। ਪਹਿਲਾਂ ਤਾਂ ਉਦੋਂ ਪਹਿਲਾਂ ਤਾਂ ਫਸਟ ਵਰਲਡ ਵਾਰ ਤੋਂ ਪਹਿਲਾਂ ਤਾਂ ਸਿੱਖ ਲੜੇ ਏਸ਼ੀਆ ਦੇ ਵਿੱਚ ਸਨ, ਵੱਧ ਤੋਂ ਵੱਧ ਅਫਗਾਨਿਸਤਾਨ ਤੱਕ, ਕਾਬਲ ਨਹੀਂ ਸੀ ਟੱਪੇ ਅਸੀਂ। ਪਹਿਲੀ ਵਾਰੀ ਫਸਟ ਵਰਲਡ ਵਾਰ ਦੇ ਵਿੱਚ ਸਮੁੰਦਰੋਂ ਪਾਰ ਆ ਕੇ ਸਿੱਖ ਲੜੇ ਸਨ। ਪਰ ਸਮੁੰਦਰੋਂ ਪਾਰ ਆ ਕੇ ਲੜੇ ਤੇ ਆਪਣੀ ਬਹਾਦਰੀ ਦੇ ਕਿੱਲੇ ਕਾਇਮ ਕਰ ਗਏ, ਆਪਣੀ ਬਹਾਦਰੀ ਦੇ ਝੰਡੇ ਕੱਢ ਗਏ। ਪਹਿਲੀ ਵਾਰ ਲੜੇ ਤੇ ਉਦੋਂ ਬਾਅਦ ਹੀ ਦੁਨੀਆ ਨੇ ਦੇਖਣਾ ਸ਼ੁਰੂ ਕੀਤਾ ਸਿੱਖ ਇਹੋ ਜਿਹੇ ਨੇ। ਪਹਿਲੀ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ। ਖੈਰ, ਮੈਂ ਆਪਣੀ ਗੱਲ ਤੇ ਆ ਜਾਵਾਂ। ਜਦੋਂ ਫਰਾਂਸ ਵਾਲੀਆਂ ਪਹਾੜੀਆਂ ਦੇ ਉੱਤੇ, ਉਹੀ ਪਹਾੜੀਆਂ ਜਿੱਥੇ ਵਾਰਸਾਈ ਪੈਕਟ ਹੋਇਆ ਸੀ ਬਾਅਦ ਦੇ ਵਿੱਚ, ਉਹਨਾਂ ਪਹਾੜੀਆਂ ਦੇ ਉੱਤੇ ਜਦੋਂ ਕਬਜ਼ਾ ਕਰ ਲਿਆ ਜਰਮਨ ਦੀਆਂ ਫੌਜਾਂ ਨੇ, ਤੇ ਉੱਤੇ ਪਹਾੜੀ ਦੇ ਫੌਜਾਂ ਬੈਠੀਆਂ ਨੇ, ਉਹਨਾਂ ਉੱਥੇ ਤੋਪਾਂ ਫਿੱਟ ਕਰ ਦਿੱਤੀਆਂ ਨੇ। ਤੋਪਾਂ ਦੇ ਨਾਲ ਪਿਛਲੇ ਬੰਨੇ ਉਹਨਾਂ ਨੂੰ ਸਟਾਰਟ ਕਰਨ ਵਾਲਾ ਇੱਕ ਨਹੀਂ ਕਈ ਤੋਪਾਂ ਲਗਾਤਾਰ ਚੱਲ ਸਕਣ, ਪਿੱਛੇ ਇੰਜਨ ਇਹੋ ਜਿਹਾ ਲਾਤਾ, ਉਹਦੇ 'ਚ ਬਟਨ ਨੱਪ ਦਿੱਤੇ ਗਏ ਨੇ। ਬਟਨ ਨੱਪੋ ਤੇ ਸਾਰੀਆਂ ਤੋਪਾਂ ਚੱਲਦੀਆਂ ਨੇ। ਗੋਲਾ ਜਿਹੜਾ ਉਹਦੇ ਪਿੱਛੇ ਪੈਂਦਾ ਆਟੋਮੈਟਿਕਲੀ ਪੈ ਰਿਹਾ। ਉਹਨਾਂ ਦੀ ਸਾਇੰਸ ਜਿਹੜੀ ਹੈ ਉਹ ਬਹੁਤ ਅਗਾਂਹ ਸੀ ਇਹਨਾਂ ਯੂਰਪ ਵਾਲਿਆਂ ਨਾਲੋਂ। ਔਰ ਕੈਸਰ ਵਿਲੀਅਮ ਜਰਮਨ ਦਾ ਪਹਿਲਾ ਬਾਦਸ਼ਾਹ ਸੀ, ਜਰਮਨ ਦਾ ਇਹੋ ਜਿਹਾ ਬਾਦਸ਼ਾਹ ਸੀ ਦੁਨੀਆ ਭਰ ਦੇ ਵਿੱਚ ਜਿਹਨੇ ਸਭ ਤੋਂ ਪਹਿਲਾਂ ਜੰਗ ਦੇ ਵਿੱਚ ਹਵਾਈ ਜਹਾਜ਼ ਵਰਤੇ ਸਨ। ਜੰਗੀ ਜਹਾਜ਼ਾਂ ਦੀ ਵਰਤੋਂ ਕਰਨ ਦਾ ਰਿਵਾਜ ਜਿਹੜਾ ਆ ਉਹ ਫਸਟ ਵਰਲਡ ਵਾਰ ਦੇ ਵੇਲੇ ਸ਼ੁਰੂ ਕੀਤਾ ਸੀ ਤੇ ਕੈਸਰ ਵਿਲੀਅਮ ਨੇ ਕੀਤਾ ਸੀ। ਸਾਇੰਸ ਬੜੀ ਤਰੱਕੀ ਤੇ ਸੀ ਜਰਮਨ ਦੀ।
ਛੋਟੀ ਗੱਲ ਨਹੀਂ ਸੀ, ਪਰ ਵੱਡੀਆਂ ਤੇ ਛੋਟੀਆਂ ਦੋਨੇ ਸੰਸਾਰ ਦੀਆਂ ਜੰਗਾਂ ਕਿਤੇ ਛੋਟੀਆਂ ਗੱਲਾਂ ਨਹੀਂ ਸਨ। ਜਰਮਨ ਨੇ ਇੱਕ ਵਾਰੀ ਦੋਨਾਂ ਜੰਗਾਂ ਦੇ ਵਿੱਚ ਹੀ ਪੂਰੀ ਦੁਨੀਆ ਨੂੰ ਗੋਡੇ ਪਰਨੇ ਕਰ ਦਿੱਤਾ ਸੀ। ਕੈਸਰ ਵਿਲੀਅਮ ਨੇ ਵੀ ਤੇ ਬਾਅਦ ਹਿਟਲਰ ਨੇ ਵੀ। ਖੈਰ ਮੈਂ ਕੈਸਰ ਵਿਲੀਅਮ ਦੀ ਗੱਲ ਕਰ ਰਿਹਾ। ਜਦੋਂ ਪਹਾੜੀਆਂ ਦੇ ਉੱਤੇ ਉਹ ਤੋਪਾਂ ਨੇ ਫਿੱਟ ਕੀਤੀਆਂ ਹੋਈਆਂ, ਬੰਦੂਕਾਂ ਫਿੱਟ ਕੀਤੀਆਂ ਹੋਈਆਂ ਨੇ, ਜਦੋਂ ਤੁਹਾਡੀ ਫੌਜ ਜਾ ਕੇ ਪਹਾੜੀਆਂ ਤੇ ਕਬਜ਼ਾ ਕਰਨੀ ਜਾਂਦੀ ਆ, ਆਟੋਮੈਟਿਕ ਗੰਨਾਂ ਜਿਹੜੀਆਂ ਉਹਨਾਂ 'ਚ ਗੋਲੀਆਂ ਚੱਲਦੀਆਂ ਨੇ, ਜਿੱਥੇ ਲੋੜ ਆ ਤੋਪ ਦੀ ਤੋਪ ਚੱਲਦੇ ਆ, ਪਿੱਛੇ ਇੱਕ ਇੰਜਨ ਫਿੱਟ ਕਰ ਦਿੱਤਾ ਗਿਆ ਹੈ, ਉਹਦੇ ਬਟਨ ਫਿੱਟ ਕਰ ਦਿੱਤੇ ਗਏ ਨੇ, ਬਟਨ ਨੱਪਿਆਂ ਹੀ ਚੱਲ ਕੋਈ ਚੱਲਦਾ ਹੈ। ਬੜਾ ਗੋਲਾ ਬਰੂਦ ਜਮ੍ਹਾਂ ਕੀਤਾ ਗਿਆ ਉਹਨਾਂ ਦੇ ਪਿੱਛੇ, ਮਗਰਬ ਨੇ ਫੌਜਾਂ ਬੈਠੀਆਂ ਨੇ, ਤੁਸੀਂ ਉਦੋਂ ਪਹਾੜੀਆਂ ਤੇ ਕਬਜ਼ਾ ਨਹੀਂ ਕਰ ਸਕਦੇ। ਫਰਾਂਸੀਸੀ ਫੌਜਾਂ ਨੇ ਪਹਾੜੀਆਂ ਵਾਪਸ ਲੈਣ ਲਈ ਜਦੋਂ ਇਹਨਾਂ ਦੀ ਚੜ੍ਹਤ ਹੋਈ, ਜਦੋਂ ਇੰਗਲਿਸ਼ ਫੌਜਾਂ ਵੀ ਸ਼ਾਮਲ ਹੋ ਗਈਆਂ ਤੇ ਬੜੀ ਵਾਰੀ ਹਮਲੇ ਕਰਕੇ ਦੇਖਿਆ, ਪਰ ਫੌਜਾਂ ਮਰਵਾ ਕੇ ਜਿੰਨੇ ਮਰ ਗਿਆ, ਲੋਥਾਂ ਵੀ ਨਹੀਂ ਚੱਕ ਹੋਈਆਂ, ਬਾਕੀ ਵਾਪਸ ਆਉਣੇ ਪਏ। ਇੰਗਲਿਸ਼ ਫੌਜਾਂ ਨੇ ਹਮਲਾ ਕਰਕੇ ਦੇਖਿਆ ਇਹਨਾਂ ਤੋਂ ਵੀ ਉਹ ਪਹਾੜੀਆਂ ਦੁਬਾਰਾ ਜਰਮਨ ਤੋਂ ਛਡਾ ਨਹੀਂ ਹੋਈਆਂ। ਪਤਾ ਕੈਜੂਅਲਟੀ ਜ਼ਿਆਦਾ ਹੋਣੀ ਹੈ, ਪਤਾ ਮੌਤਾਂ ਬਹੁਤ ਹੋਣੀਆਂ ਨੇ, ਜਿਹੜਾ ਜਾਂਦਾ ਹੋਇਆ ਮਰਦਾ ਹੈ। ਤੇ ਉਹਨਾਂ ਨੇ ਕਿਹਾ ਕਿਉਂ ਨਾ ਫਿਰ ਆ ਜਿਹੜੀਆਂ ਫੌਜਾਂ ਜਿੱਤ ਸਮਝੀਆਂ ਜਾਂਦੀਆਂ ਨੇ ਸਾਡੇ, ਜਿਹੜੇ ਮਰਨ ਤੋਂ ਡਰਦੇ ਹੀ ਨਹੀਂ, ਆ ਭਾਰਤੀ ਫੌਜਾਂ ਨੇ ਜਿਹੜੀਆਂ, ਜਿਨ੍ਹਾਂ ਦੇ ਵਿੱਚ ਸਿੱਖ ਸਭ ਤੋਂ ਜ਼ਿਆਦਾ ਨੇ, ਇਹਨਾਂ ਨੂੰ ਮੂਹਰੇ ਭੇਜਿਆ ਜਾਵੇ। ਸੋ ਜਿਹੜੀ ਸਿੱਖ ਰੈਜੀਮੈਂਟ ਸੀ ਉਹਦੀ ਡਿਊਟੀ ਲੱਗ ਗਈ ਕਿ ਤੁਸੀਂ ਅੱਜ ਦਿਨ ਚੜ੍ਹਦੇ ਹਮਲਾ ਕਰਨਾ ਹੈ। ਰਾਤ ਨੂੰ ਹੁਕਮ ਕਰ ਦਿੱਤਾ ਗਿਆ ਕਿ ਦਿਨ ਚੜ੍ਹਦੇ ਸਭ ਤੋਂ ਪਹਿਲਾਂ ਜਦੋਂ ਸੂਰਜ ਦੀ ਕਿਰਨ ਫੁੱਟਣ ਲੱਗਦੀ ਹੈ, ਤੁਸੀਂ ਪਹਾੜੀਆਂ ਵੱਲ ਹਮਲਾ ਕਰਨਾ ਹੈ। ਇਹ ਪਹਾੜੀਆਂ ਸਰ ਕਰਨੀਆਂ ਨੇ। ਤੇ ਸਿੱਖਾਂ ਨੂੰ ਕਿਹੜਾ ਨਹੀਂ ਸੀ ਪਤਾ ਕਿ ਮੂਹਰੇ ਤੋਪਾਂ ਬੀੜੀਆਂ ਹੋਈਆਂ ਨੇ, ਮੂਹਰੇ ਗੰਨਾਂ ਬੀੜੀਆਂ ਹੋਣੇ, ਆਟੋਮੈਟਿਕ ਗੰਨਾਂ ਮੂਹਰੇ ਚੱਲਦੀਆਂ ਨੇ, ਅੰਨ੍ਹੇਵਾਹ ਗੋਲੀ ਚੱਲਦੀ ਹੈ। ਜਿਹੜਾ ਪਹਾੜੀ ਵੱਲ ਨੂੰ ਮੂੰਹ ਕਰਦਾ ਹੈ, ਮੂੰਹ ਦੇ ਮੂੰਹ ਡਿੱਗਦਾ ਹੈ। ਪਰ ਹੁਕਮ ਜੰਗ ਦੇ ਵਿੱਚ ਹੁਕਮ ਤਾਂ ਮੰਨਣਾ ਪੈਣਾ। ਅੱਗੇ ਵੀ ਗੋਲੀ ਹੈ, ਪਿੱਛੇ ਵੀ ਗੋਲੀ ਹੈ। ਹੁਕਮ ਮੰਨੋਗੇ ਤਾਂ ਮੂਹਰੇ ਗੋਲੀ ਵੱਜੇਗੀ ਛਾਤੀ 'ਚ, ਹੁਕਮ ਨਾ ਮੰਨੋਗੇ ਤਾਂ ਪਿਛਲੇ ਬੰਨੇ ਪਿੱਠ 'ਚ ਗੋਲੀ ਵੱਜੇਗੀ। ਤੇ ਸਿੱਖਾਂ ਨੇ ਕਿਹਾ ਵੀ ਇਸ ਸਮੇਂ ਵਿਖੜਾ ਦਾਓ, ਵਿਖੜੇ ਦਾਓ ਲੰਘਾਵੇ, ਮੇਰਾ ਸਤਿਗੁਰੂ ਗੁਰੂ ਮਰੇ ਅਰਦਾਸ ਕਰਨੀ ਬਣਦੀ ਹੈ। ਸਾਰੇ ਸਿੱਖਾਂ ਨੇ ਆਪਸ ਵਿੱਚ ਹੀ ਆਪਣੀ ਕਿਰਤ ਵਿਰਤ ਚੋਂ ਮਾਇਆ ਕੱਢ ਕੇ 101 ਰੁਪਏ ਦੀ ਦੇਗ ਤਿਆਰ ਕੀਤੀ। ਉਹਨਾਂ ਦਿਨਾਂ 'ਚ 101 ਰੁਪਇਆ ਬਹੁਤ ਵੱਡੀ ਗੱਲ ਹੁੰਦੀ ਸੀ। 1914 ਤੋਂ 18 ਦਾ ਸਮਾਂ ਜਦੋਂ ਪਹਿਲੀ ਜੰਗ ਲੱਗੀ ਹੋਈ ਸੀ, 101 ਰੁਪਏ ਦੀ ਦੇਗ ਤਿਆਰ ਕੀਤੀ ਗਈ। ਸਾਰੇ ਸਿੱਖਾਂ ਨੇ ਆਪਣੇ ਨਿਤਨੇਮ ਤੋਂ ਬਾਅਦ ਇੱਕ ਮੱਤ, ਇੱਕ ਸੁਰ ਹੋ ਕੇ ਇੱਕ ਲੈ ਦੇ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਇਹ ਮੋਰਚਾ ਸਰ ਕਰਨਾ ਹੈ। ਆ ਵਿਦੇਸ਼ਾਂ ਦੇ ਵਿੱਚ ਮੌਤ ਸਿਰ ਤੇ ਮੰਡਰਾ ਰਹੀ ਹੈ, ਤੇਰੇ ਸਿੱਖਾਂ ਦੀ ਬਖਸ਼ਿਸ਼ ਕਰਦੇ, ਰਹਿਮਤਾਂ ਕਰਦੇ, ਕਿਰਪਾ ਕਰਦੇ। ਤੇ ਅਰਦਾਸ ਕਰਕੇ ਤਕਰੀਬਨ 2 ਘੰਟੇ ਤੋਂ ਸਮਾਂ ਅਰਦਾਸ ਕਰਦੇ ਲੱਗ ਗਿਆ। ਸਵੇਰ ਤੜਕੇ ਦੇ ਉੱਠੇ ਹੋਏ ਨੇ, ਗੋਰੇ ਅਫਸਰ ਵੀ ਦੇਖ ਰਹੇ ਨੇ, ਪਰ ਉਹਨਾਂ ਨੂੰ ਵੀ ਪਤਾ ਹੈ ਮੌਤ ਦੇ ਮੂੰਹ 'ਚ ਇਹਨਾਂ ਨੂੰ ਧਕੇਲ ਰਿਹਾ, ਮੌਤ 'ਚ ਜਾਣ ਦੀ ਤਿਆਰੀ ਕਰ ਰਹੇ ਨੇ, ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਆਪਣੀ ਅਰਦਾਸਾਂ ਕਰਕੇ। ਇਹਨਾਂ ਦੇ ਧਰਮ ਦੇ ਨਿਸ਼ਚੇ ਉੱਤੇ ਗੋਰਿਆਂ ਦਾ ਪਤਾ ਸੀ ਕਿ ਇਹਨਾਂ ਨੂੰ ਧਰਮ ਦੇ ਉੱਤੇ ਕਿੰਨਾ ਨਿਸ਼ਚਾ ਹੈ। ਇੰਨਾ ਨਿਸ਼ਚਾ ਹੈ ਕਿ ਵਰਦੀਆਂ ਗੋਲੀਆਂ ਦੇ ਵਿੱਚ, ਚਲਦੀਆਂ ਤੋਪਾਂ ਦੇ ਵਿੱਚ ਸਿਰ ਤੇ ਹੈਲਮਟ ਨਹੀਂ ਪਾਉਂਦੇ, ਪੱਗਾਂ ਦੇ ਨਾਲ ਚੱਲਦੇ ਨੇ। ਕਿ ਪੱਗ ਸਾਡੀ ਸ਼ਾਨ ਹੈ, ਸਾਡਾ ਤਾਜ ਹੈ, ਇਸ ਦਸਤਾਰ ਸਾਡੀ ਰਹਿਤ ਦਾ ਹਿੱਸਾ ਹੈ, ਇਹਦੇ ਉੱਤੇ ਕੋਈ ਹੈਲਮਟ ਨਹੀਂ ਪਾਇਆ ਜਾਵੇਗਾ। ਨਿਸ਼ਚਾ ਬੜਾ ਪ੍ਰਭਾਵ ਹੈ। ਇਸ ਕਰਕੇ ਉਹ ਵੀ ਦੇਖਦੇ ਕੋਈ ਗੱਲ ਨਹੀਂ ਕਰਨ ਦੇ, ਉਹਨਾਂ ਨੂੰ ਮੌਤ ਦਾ ਖਾਜਾ ਤਾਂ ਬਣ ਜਾਈਦਾ ਨੇ। ਅਰਦਾਸ ਕੀਤੀ। ਅਰਦਾਸ ਤੋਂ ਬਾਅਦ 2 ਘੰਟੇ ਖਰਚੇ ਗਏ ਸਮੇਂ ਦੇ ਉੱਥੇ। ਅਰਦਾਸ ਤੋਂ ਬਾਅਦ ਫਿਰ ਜਦੋਂ ਆਪੋ ਆਪਣੀਆਂ ਜਿੱਥੇ ਜਿੱਥੇ ਡਿਊਟੀਆਂ ਸਨ, ਤਨਾਤ ਸਨ, ਜਿੱਥੋਂ ਹਮਲਾ ਕਰਨਾ ਸੀ ਉੱਥੇ ਪਹੁੰਚੇ, ਤਾਂ ਫਿਰ ਅੰਗਰੇਜ਼ ਅਫਸਰਾਂ ਨੇ ਐਡਵਾਂਸ ਮਾਰਚ ਵਾਲਾ ਬਿਗਲ ਵਜਾ ਦਿੱਤਾ। ਚਲੋ ਜੀ ਤੁਰੋ ਪਹਾੜੀਆਂ ਵੱਲੋਂ, ਐਡਵਾਂਸ ਮਾਰਚ ਕਰਨੀ ਹੈ। ਤੋਪਖਾਨਾ ਦੇ ਜਿਹੜੇ ਸਿੱਖ ਫੌਜੀ ਸਨ ਉਹਨਾਂ ਨੇ ਆਪਣੇ ਤੋਪਾਂ ਦੇ ਗੋਲੇ ਦਾਗਣੇ ਸਨ। ਮੂਹਰਲੇ ਬਣੇ ਜਿਹੜੇ ਚੱਲਦੇ ਗਨਜ਼ ਉਹਨਾਂ ਦੇ ਮੂੰਹ ਬੰਦ ਕਰਾਉਣ ਦੇ ਲਈ। ਜਿਹੜੀ ਇਨਫੈਂਟਰੀ ਹੈ, ਜਿਹੜੀਆਂ ਪੈਦਲ ਫੌਜਾਂ ਨੇ, ਉਹਨਾਂ ਨੇ ਸਰਕ ਕੇ ਗਾਂਹ ਨੂੰ ਵਧਣਾ ਸੀ ਪਹਾੜੀ ਤੇ ਕਬਜ਼ਾ ਕਰਨ ਦੇ ਲਈ। ਕਵਰ ਫਾਇਰ ਦੇਣਾ ਸੀ ਪਿੱਛੋਂ ਗੋਰਿਆਂ ਨੇ ਵੀ। ਸਿੱਖ ਫੌਜਾਂ ਦਾ ਜਿਹੜਾ ਤੋਪਖਾਨਾ ਸੀ ਉਹ ਨਾਲ ਨਾਲ ਸਰਕ ਰਿਹਾ ਸੀ ਹੌਲੀ ਹੌਲੀ, ਕਿ ਕਵਰ ਫਾਇਰ ਵੀ ਦਿੱਤਾ ਜਾਵੇ ਤੇ ਮੂਹਰੇ ਜਿਹੜੀਆਂ ਗਨਜ਼ ਆਉਂਦੀਆਂ ਨੇ ਉਹਨਾਂ ਦੇ ਮੂੰਹ ਵੀ ਬੰਦ ਕਰਾਏ ਜਾਣ। ਤੇ ਸਿੱਖ ਮੋਢਿਆਂ ਤੇ ਰਾਈਫਲਾਂ ਰੱਖੀ ਵਧ ਰਹੇ ਨੇ ਪਹਾੜੀਆਂ ਵੱਲ। ਸਰਕ ਕੇ ਵਧਣ ਵਾਲੀ ਗੱਲ ਹੈ। ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਜਾ ਰਹੇ ਨੇ, ਨਾਲ ਗੁਰੂ ਨੂੰ ਯਾਦ ਕਰਦੇ ਜਾ ਰਹੇ ਨੇ। ਔਰ ਜਦੋਂ ਮੌਤ ਦਿਸਦੀ ਹੈ ਉਦੋਂ ਰੱਬ ਵੀ ਯਾਦ ਆਉਂਦਾ ਹੈ।
इसे करके कहा जाता है मनुख तू संसार च विचरदा होया सारियां प्राप्तियां करदा करदा भी अपनी मौत जरूर याद रखी। तू मौत नूं याद रखेगा, तेनू पता है कि मौत तेरे वस च नहीं, पता नहीं कदों आ सकती, कित्थे आ सकती है। तो फिर जे मौत जिथे मर्जी आ सकती है तो रब भी जिथे मर्जी पहुंच सकता है। तेनू मौत याद रहेगी, तेनू रब भी याद रहेगा। यह फलसफे की गल है। इसे करके गुरबाणी ने मौत का बड़ा जिक्र किया। तो जे कदे जिस दिन कदे मनुख ने मौत अपने वस च कर ली ना, उस दिन रब नूं भी मन्नो बंद कर देगा। मौत याद रहे, रब याद रहेगा। इससे जो बड़ा जालम होंदा, जाबर होंदा, जातियां करता है, उन्होंने कहते तेनों मौत नहीं याद। कहना यह होंदा कि तेनों रब नहीं याद, तेनों मौत नहीं याद कहीदा शब्द। पर उसका अर्थ होंदा तेनों रब नहीं याद, तू जातियां करी जाना है। जे मौत भुल गया तो रब भुलिया है। मरना तू भी है एक दिन। सो मौत सामने आ तो मूँह वाहिगुरू वाहिगुरू निकलता है। रब भी नालों नाल याद है। अंदरों अरदासां निकल रही ने ते नाल नाल अरदासां करते हैं। सर के पहाड़ियां वधदे जा रहे हैं। नाल नाल जिथे जिथे कोई शक पैंदा नाल नाल अपनी गंद विचों गोली भी छड्डी जा रहे हैं। तो इधरों तोप के गोले पिछे उन्होंने कवर फायर करने लई चल रहे हैं। एक सिख फौजी ने रंभ दे विच ही उन्होंने लग्या, कदी इदां होया नहीं सी कि पहाड़ियां दे पिछले एक बन्ने थोड़ा जिहा धुआं उड़ रहा है। जिथों धुआं उठिया इहदा मतलब उत्थे अग बलदी होएगी जरूर। उन्हें अपनी दूरबीन के नाल देखा पर पहाड़ियां मोहरे अग बलदी तो नहीं नजर आई, पर अंदाजा जिहा हो गया कि इत्थों इस थां दे उत्तों अग बलदी होएगी जरूर। उत्थे उत्थे धुआं उड्डिया तो ना पूरी तरह फिर शिष्ट बन के उसे जिथे अग सी ਉਹਦੇ नेड़े ਉਹਦੇ आले दुआले एक गोला छड्डिया ਤੇ ਨਾਲ ਨਾਲ ਉਹਦੇ आले दुआले सारे बन्ने गोले छड्डने शुरू कर दिए। ਇੱਥੇ ਕੋਈ ਜਰਮਨ फौजी बैठे होंगे जिससे अग बाली हुई है। ਇੱਥੇ ਕੋਈ खास गल होएगी जिथों अग जिथों धुआं उठ रहा है। तो उन्हें लगातार पहले एक गोला छड्डिया, फिर दूजे फौजियों ने उस थां के उत्ते आले दुआले गोलियां का मींह वराता पूरी तरह। उधरों गोलियां का मींह वराता, उधरों सिख इन्फेंट्री जी फौजां ने सिख रेजिमेंट दी फौजां ने जिहड़ियां जाना उन्होंने पहाड़ी चढ़ना शुरू कर दिता। एक कदम, दो कदम, तीन कदम, चार कदम, जो पहाड़ी वाला वधे तो मोहरे गोली नहीं चली। 5 कदम, 10 कदम, 15 कदम, 20 कदम, गोली नहीं चली। ऑटोमैटिक गन्ना बंद ने बिल्कुल। तोपां दे मूँह बिल्कुल बंद ने जर्मन दी तोपां दे। जर्मन दी ऑटोमैटिक गन्ना दे मूँह बिल्कुल बंद ने। थोड़ा हौसला होया, पर नाल ही जंग की चाल भी हो सकती जो एन पूरी तरह रेंज आई उदों गोलियां चलन संभल के गांव वधदे जा रहे हैं। जो 20 कदमां तक कोई गोली नहीं चली तो थोड़ा हौसला आ गया। उपर चढ़े, हथों हत्ती जाके उन्होंने तोपां दे उत्तों दी नंगे तो की देखते हैं जर्मन फौजां जिहड़ियां ने ना पहाड़ी छड्ड के भज्जियां जा रही हैं, पिछे हटियां जा रही हैं। पहाड़ी छड्ड चुकियां ने, पिछे हट गईयां ने। उन्होंने पहाड़ियां के उत्ते कब्जा कर लिया सिख फौजां ने ते नाल ही बोले सो निहाल सत श्री अकाल दे जकारे लाने शुरू कर दिते। थल्ले बैठिया फ्रांसीसी फौजां हैरान, इंग्लिश फौजां हैरान, इंग्लिश जरनैल हैरान, फ्रांस के जरनैल हैरान कि जिथे उन्होंने फौजां ने कई कई बारी यत्न करके देखा, दर्जनां बारी यत्न करके वेख्या, उन्होंने कोई सार नहीं गई। फौजी हर बारी मरवा के पिछे आना पै गया, मुड़ना पिया, लाशां तक नहीं जख होईयां। उत्थे एक भी बंदा मरवाए तो बना। सिख फौजां ने पहाड़ियों उत्ते कब्जा कर लिया। किवें हो गया? एक करामात वापर गई, किवें वापर गई? एक करिश्मा किवें हो गया? सिंह जकारे छड्डी जा रहे हैं तो सूबेदार दे नाल नाल जिहड़ा अंग्रेज अफसर जा रहा सी ना, उस सूबेदार नूं कहंदा शाबाश जवान, शाबाश, तेरे फौजियां ने पहाड़ी सर कर ली, सिखां नूं शाबाश, इन्होंने पहाड़ी सर कर ली। तो सूबेदार कहने लगा नहीं, ये पहाड़ी असीं नहीं सर की, ये साडा कमाल नहीं, तू सिख फौजियां का कमाल कही जा रहा है। ये साडे गुरु का कमाल है, असीं तो इक्को ही काम किया, निश्चय नाल अरदास कर ली सी। दोए कर जोड़ अरदास की सी। गोज गल जी की सतगुरु नूं आख दित्ती सी। उस तीने ताप निवारण वाले सतगुरु के मुहरे जोजड़ियां कर दित्तियां सन। असीं तां सिर्फ निश्चय ने इक्को ही गल की, अरदास की सी। ये उस अरदास का कमाल है।
ये साडे सतगुर का कमाल है, साडा कमाल नहीं। एक भी गोली चलाए तो बिना, एक भी सिंह शहीद कराए तो बिना जर्मन फौजां पहाड़ी छड्ड के चल गई। पर अंग्रेज अफसर हैरान, फ्रांस के अफसर हैरान कि होया किदां। तो जो छाणबीन की गई ना किदां होया, तो पता लगा कि सिख तोपची ने जिहड़ा तोपखाने का मोर अगवाई कर रहा सीगा, उन्हें उड़दा होया धुआं देख के, जिथों उन्होंने धुआं जिहा उड़दा दिसिया सी, उन्हें उड़दा जिहा धुआं देख के निशाना बन के जिथे गोला छड्डिया सी ते बाद उत्थे आले दुआले गोले भराते गए सन सारे बने। वो असल च उत्थे इंजन सी लाया होया जिहड़ा सारियां तोपां नूं अगवाई दिंदा सी। उत्थे बटन लाए होए सन आटोमैटिक गन्नां दे सारे, जिथे पिछे बैठ के फौजी कार्रवाई करते सन। उत्थे उन्हां दा पूरा असला भंडार सी, ते जिहड़ा पहले गोला मारिया सी वो जाके वज्जिया ही उस इंजन दे उत्ते सी। तोपां चलाउण वाला इंजन तबाह हो गया। बटन जिहड़ा आले दुआले उन्हां दा जिहड़ी एक तरह का दूजी बैक प्लान वाली गल हुंदी है, बटन वगैरह सारे तबाह हो गए। जिहड़ा उन्हें असला रखिया होया सारा उहदे उत्ते जाके तोप दे गोले जदों जाके डिगे तो उन्हां दा असला एकदम फट गया, तूफान मच गया। तो जर्मन फौजी दहशत नाल ही कि किदां गोले आके एकदम तोपां दे गोले निशाने ते ठीक निशाने ते आके बजे ने। उन्होंने असला बर्बाद हो गया, उन्होंने तोपा चलाने वाला इंजन बर्बाद हो गया, उन्होंने आटोमैटिक गन्नां वाले बटन तक जिहड़े सन वो बर्बाद हो गए ने। सारे का सारा जिहड़ा बैक प्लान सी सारे का सारा खत्म हो गया है। तो जर्मन फौजां दहशत विच आ गईयां। तोपां चलणगियां किवें, गन्नां चलणगियां किते, उधरों इन्फेंट्री वधी आ रही है कदम कदम करके। और सिख अफसरां बारे वो कहिंदे सन, जर्मन वाले क्या भी करते सन कि आ जिहड़े वखरियां जिहियां शक्लां वाले ने ना, सिरां ते दमालियां वाले, खुले दाड़ियां वाले, ये आम इंसान नहीं, ये तो फरिश्ते ने किते। इन्हां ते गोली असर ही नहीं करती, गोलियां मारते रहे ने सीधा साडे आके विच वज जांदे ने। गोली तो डरदे ही नहीं, गोली जांदे भी छाती विच खा के जांदे ने। इधरों गोलियां वजी जांदे, उधरों साडे उत्ते आके चढ़ जांदे ने। सिख इन्फेंट्री चढ़ी आ रही है, सिख चढ़े आ रहे हैं। तोपां दा इंजन जिहड़ा बर्बाद हो गया है, पिछा बैक प्लान जी सारी जिहड़ा पिछला असला सी सारे सारा बर्बाद हो गया पहले गोलियां दे नाल ही। तो छड्ड के पहाड़ी भज गया। बिखड़े दाओ लंघावे मेरा सतगुरु। तो सिख तोपची कहंदा मैनू भी जिहड़ा धुआं उड्डण वाली गल सी ना, मैनू लगदा कि वो सतगुरु ने मैनू आप एक तरह की बख्शिश करके निशाना धुआं की एक निशानी दिखाती सी, नहीं तो अगे ना कभी धुआं उड्डिया। उठन देंदे ही नहीं सन उत्थों। फौजां दा अपना बड़ा डिसिपलिन होया करता है, पर सतगुरु की बख्शिश सतगुरु की रहमत हो गई। तो जदों ये जित प्राप्त की ना इत्थे जर्मन उत्थों पहाड़ियां छड्डियां, तो उदों बाद जर्मन फिर गांह नहीं वध सकिया। पिछे पिछे कैसर विलियम की हार हुई, अंग्रेज़ों की जित हुई, जंग जित्ती। जंग जितन लिए भी अकाल तख्त साहब से अखंड पाठ कराया गया सन, हरमंदर साहब से अखंड पाठ कराया गया सन गुरुआं वालों। जंग जित के सतगुरु के शुकराने के अखंड पाठ भी अंग्रेज अफसर वालों करवाया गया हरमंदर साहब च अकाल तख्त साहब। सिखां की बहादुरी देखते होया, और उदों ही सिखां की इस बहादुरी नूं देखदियां होया, उन्हां दी इस दिख नूं देखदियां होया, उन्हां दा अरदास ते विश्वास देखदियां होया, उन्हां दा गुरु ते विश्वास देखदियां होया, उन्हां दा गुरु ते भरोसा देखदियां होया ही अंग्रेज जरनैलां ने सब तो पहले सिख इतिहास नूं बोलना शुरू किया, दुनिया भर दे विच सिक्खी दा प्रचार करने के लिए। फर्स्ट वर्ल्ड वार तो बाद साडे बारे इन्हां लोकां ने जानना साडा इतिहास लिखाया, फिर साडा इतिहास आप फुलिया फिर। और जब तक साडा गुरु ते निश्चय कायम रहेगा, जब तक साडा गुरु ते विश्वास कायम रहेगा, जब तक साडा गुरु ते भरोसा कायम रहेगा, जब तक साडा अरदास च भरोसा कायम रहेगा, उद तक सिखां दी चढ़दी कला भी रहेगा, सिखां दा फैलाव भी हुंदा रहेगा, प्रचार भी हुंदा रहेगा, प्रसार भी हुंदा रहेगा। ये गल ज्ञानी हरबंस सिंह जी चंडीगढ़ वालियां ने अपनी किताब अरदास परंपरा ते शक्ति विच उन्हां दा एक जिहड़ा चैप्टर है अरदास दा कमाल, सिर उपर साडा गुरसूरा नानक तां के कारज पूरा दे विच जिक्र कीता है।
ਉਹ ਮੈਂ ਆਪ ਸਭ ਨਾਲ ਸਾਂਝਾ ਕੀਤਾ ਹੈ ਤਾਂ ਕਿ ਤੁਹਾਡਾ ਵੀ ਨਿਸ਼ਚਾ ਅਰਦਾਸ ਤੇ ਬਣਾਵੇ, ਗੁਰੂ ਤੇ ਬਣਾਵੇ, ਗੁਰੂ ਦੀ ਸਮਰੱਥਾ ਤੇ ਬਣਾਵੇ। ਇੰਨੇ ਸ਼ਬਦਾਂ ਦੇ ਨਾਲ ਖਿਮਾ ਜਾਚਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।